अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, लाहौर के इलाका कोट लखपत में हुई कत्ल की खौफनाक वारदात। शौहर ने अपनी बीवी को उसके आशना की मदद से ही मौत के घाट उतार दिया। पुलिस मुल्जमान तक कैसे पहुंची, वजूहात हैं क्या, ये बताएंगे आज के प्रोग्राम तफ्तीशी में। नाजरीन, कोट लखपत इन्वेस्टिगेशन पुलिस ने एक ऐसे मुलजिम को गिरफ्तार किया है जिसका नाम लियाकत है और इसने अपनी बीवी को उसके आशना की मदद से ही कत्ल कर दिया। ये पुलिस की गिरफ्त में कैसे आया, इसने कत्ल की वारदात क्यों की, ये इसी की जुबानी जानते हैं। हाँ भाई, की ना है तेरा? लियाकत। लियाकत की करना है? प्लास्टिक ਦਾ ਕੰਮ ਕਰਦਾ ਸੀ। प्लास्टिक दा ਜੀ किथे? ਪਲਾਸਟਿਕ ਇੱਥੇ ਹੀ ਹੈ, ਕਦੇ ਕਿਸੇ ਜਗ੍ਹਾ ਤੇ ਮਿਲ ਗਿਆ, ਕਦੇ ਕਿਸੇ ਜਗ੍ਹਾ ਤੇ। ठीक है। शादी कदों हुई सी? ਸ਼ਾਦੀ ਸਰ 18 ਸਾਲ ਪਹਿਲੇ। 18 साल पहले। किन्ने बच्चे होए? 4 ਬੱਚੇ ਸਰ। सब तो ਵੱਡੇ ਬੱਚੇ ਦੀ ਕਿੰਨੀ ਉਮਰ ਹੈ? 15 ਸਾਲ। 15 साल। 18 साल पहले शादी हुई। जी। ठीक है। प्लास्टिक ਦਾ ਹੀ ਕੰਮ ਕਰਦੇ ਰਹੇ? ਜੀ ਜੀ ਪਲਾਸਟਿਕ ਦਾ। शादी लव मैरिज सी, अरेंज मैरिज? ਅਰੇਂਜ ਮੈਰਿਜ। अरेंज मैरिज सी। जी। रिश्तेदार है कैसी? ਨਹੀਂ ਸਰ ਉਹ ਬੜੀ ओपरे सी? जी। सही है। कैसी जिंदगी गुजर रही? ਅੱਛੀ ਗੁਜ਼ਰ ਰਹੀ ਸੀ। ठीक गुजर रही सी? ਜੀ बीवी ठीक सी? ਜੀ ਬਿਲਕੁਲ ਠੀਕ ਸੀ। घर दे काम काज ये वो ਜੀ ਬਿਲਕੁਲ ਸਭ ਠੀਕ ਸੀ। सब ठीक? बच्चों की परवरिश भी ठीक हो रही सी? ਜੀ ਬਿਲकुल ठीक हो। पढ़ते ने बच्चे सारे? जी सारे पढ़ते हैं। किनवी क्लास चू? बड़ी बेटी ने मैट्रिक के पेपर दिए हुए थे और उससे छोटी बेटी जो है वो 9th में, उससे छोटी 7th में और बेटा जो है ना वो 3री क्लास में। 3री क्लास चू। ठीक है। 18 साल पहले शादी हुई, बच्चे भी जड़े है जी। और एक मैट्रिक चू है, मतलब बाकी भी बच्चे जड़े 3री चौथी दे विच 5वीं चू 7वीं। जी जी 4 बच्चे पैदा कर ले, जिंदगी भी ठीक गुजर रही सी, अचानक की हो गया? ऐसा कुछ कंज हो गया, किमें होया? सर इस तरह के अज तक तो ऐसा साढ़े दिन को मुरासम ऐसे कोई मसले मसाइल नहीं बने कि जिहदी वजह तो साढ़े को ज़्यादातर घरेलू झगड़े को हल्के फुल्के छोटी मोटी गल्लां तो घरां दे विच हो ही जाते हैं। हाँ। लेकिन अज तक इस तरह का कोई ऐसा सीन नहीं होया कि असी किसी वजह तो कोई नाराज़ होए होइए या मारपीट की हो एक दूसरे नाल, कोई ऐसा काम नहीं होया। अच्छा। लेकिन उस दिन अचानक सर अच्छे एक लड़का दुकान ते असी शॉप बनाई सी इत्थे ते वाइफ मेरी चला रहे सी अच्छा। दुकान ते 4-5 माह तो ਤੇ ਉਹ ਲੜਕਾ ਸ਼ੌਪ ਬਣਾਈ ਸੀ ਕਿਹੜੀ? ਕਰਿਆਨਾ ਸਟੋਰ। ਠੀਕ ਹੈ। ਤੇ ਇੱਕ ਲੜਕਾ ਦੁਕਾਨ ਤੇ ਕਿਤੇ ਆਂਦਾ ਜਾਂਦਾ ਸੀ, ਅੱਲਾ ਬਿਹਤਰ ਜਾਂਦਾ ਕਦੋਂ ਉਹਨਾਂ ਦੇ ਕੋਈ ਗੱਲਬਾਤ ਹੋਈ ਹੈ ਨਹੀਂ ਹੋਈ, ਕਿਸ ਤਰ੍ਹਾਂ ਹੋਈ ਹੈ ਕਿਸ ਤਰ੍ਹਾਂ ਹੋਈ, ਸਰ ਮੇਰੇ ਇਲਮ 'ਚ ਨਹੀਂ। ਠੀਕ ਹੈ। ਕਿਉਂਕਿ ਚੰਦ ਦਿਨ ਪਹਿਲੇ ਤਕਰੀਬਨ 2 ਤਾਰੀਖ ਨੂੰ 1 ਤਾਰੀਖ ਨੂੰ ਵਾਈਫ ਮੇਰੀ ਨੇ ਕਿਹਾ ਕਿ ਮੈਂ 28 ਤਰੀਕ ਨੂੰ ਖੁਦ ਮਕਾਨ ਲਿਆ ਨया। अच्छा। पहला मकान मैं छोड़ दिता किराए वाला। अच्छा, अपना लेता ही? नहीं सर रेंट दा मकान रेंट ਦਾ ਹੀ ਲਿੱਤਾ ਹੈ? रेंट दा ही लेता। ठीक है। ਇੱਥੇ ਹੀ ਰਹਿਣਾ ਕੋਟ ਲਖਪਤ ਦੇ ਵਿੱਚ? जी जी। ਕਿਹੜਾ ਇਲਾਕਾ ਹੈ? ਇਹ ਸਰ ਦਰਚ ਵਾਲੀ ਪੁਲੀ ਬਕੀਆ ਦੋਲਾ ਰੋਡ ਤੇ। ਠੀਕ ਹੈ। ਤੇ ਉੱਥੇ ਵੀ ਦੁਕਾਨ ਬਣਾਈ ਸੀ ਕਿ ਹਾਂਜੀ, ਪਹਿਲੇ ਮਕਾਨ? ਨਹੀਂ ਦੁਕਾਨ ਹੀ ਉੱਥੇ ਬਣਾਈ ਸੀ। ਮਕਸਦ ਜਿੱਥੇ ਦੁਕਾਨ ਬਣਾਈ ਪਹਿਲੇ ਸਾਹਮਣੇ ਘਰ ਰਹੇ ਸੀ, ਹੁਣ ਇਸ ਟਾਈਮ ਜਿਹੜਾ ਨਾ ਉਸ ਤੋਂ ਥੋੜਾ ਅੱਗੇ ਚਲੇ ਗਏ। ਠੀਕ ਹੈ। ਘਰ ਅੱਗੇ ਚਲਾ ਗਿਆ, ਦੁਕਾਨ ਹੋਈ। ਠੀਕ ਹੈ। ਦੁਕਾਨ ਵਾਈਫ ਚਲਾਉਂਦੀ? ਜੀ ਵਾਈਫ ਚਲਾਉਂਦੇ ਸੀ। ਕਿ ਪਰਚੂਨ ਦੀ ਪਾਰਟ ਦੁਕਾਨ ਟਾਈਮ ਸੀ? ਮੈਂ ਖੁਦ, ਹਾਂਜੀ ਪਰਚੂਨ ਦੀ ਵਾਈਫ ਪਾਰਟ ਟਾਈਮ ਮੈਂ ਖੁਦ ਵੀ ਆ ਜਾਂਦਾ ਘੰਟਾ 2 ਘੰਟੇ ਵਾਸਤੇ। ਠੀਕ ਕੰਮ ਹੈ। ਤੋਂ ਅਗਰ ਫਰਕ ਜਲਦੀ ਹੋ ਜਾਵਾਂ ਤੇ। ਠੀਕ ਹੈ। ਤੇ ਸਰ ਉੱਥੇ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਨਾ, ਇਹ 2 ਤਾਰੀਖ ਵਾਲੇ ਦਿਨ ਮੈਂ 1 ਤਾਰੀਖ ਵਾਲੇ ਦਿਨ ਵਾਈਫ ਮੇਰੀ ਮੈਨੂੰ ਕਹਿੰਦੇ ਨੇ ਕਿ ਉਹ ਲੜਕੇ ਪੁੱਛਦਾ ਫਿਰਦਾ ਬੈਠਕ ਹੈ ਕਿ ਚਲੋ ਕੋਈ ਮਕਾਨ ਕਿਰਾਏ ਤੇ ਪੁੱਛ ਰਿਹਾ ਤੇ ਚਲੋ ਆਪਣੇ ਕੋਲ ਬੈਠਕ ਫਰੀ ਅਸੀਂ, ਤੁਸੀਂ ਮਾਲਕ ਮਕਾਨਾਂ ਨੇ ਦੇਣੀ ਹੈ, ਕਿਸੇ ਹੋਰ ਨੂੰ ਦੇ ਦੇਣਗੇ, ਕੋਈ ਐਸਾ ਵੈਸਾ ਬੈਠ ਜਾਏਗਾ, ਲਿਹਾਜ਼ਾ ਕਿ ਤੁਸੀਂ ਉਹਨਾਂ ਨੂੰ ਪੁੱਛ ਕੇ ਤੇ ਬੈਠਕ ਤੁਸੀਂ ਜਿਹੜਾ ਨਾ ਇਹਨਾਂ ਨੂੰ ਲੈ ਦਿਓ। ਠੀਕ ਹੈ। ਮੈਂ ਵਾਈਫ ਨੇ ਕਿਹਾ ਤੇਰੀ? ਜੀ ਵਾਈਫ ਨੇ। ਮੈਂ ਸਰ ਮਾਲਕ ਮਕਾਨਾਂ ਨਾਲ ਗੱਲ ਕੀਤੀ, ਉਹਨਾਂ ਕਿਹਾ ਕੱਲ ਮੈਂ ਫੋਨ ਤੇ ਗੱਲ ਕੀਤੀ, ਉਹਨਾਂ ਕਿਹਾ ਜੀ ਮੈਂ ਕੱਲ ਆ ਰਿਹਾ। ਠੀਕ ਹੈ। ਫੋਨ ਵੀ ਉਹਨਾਂ ਨੂੰ ਮੇਰੀ ਵਾਈਫ ਨੇ ਕੀਤਾ ਕਿਉਂਕਿ ਨੰਬਰ ਉਹਨਾਂ ਕੋਲ ਦੁਕਾਨ ਤੇ ਲਿਖਿਆ ਹੋਇਆ ਸੀ, ਮੇਰੇ ਕੋਲ ਨੰਬਰ ਨਹੀਂ ਸੀ। ਸਹੀ ਹੈ। ਉਹਨਾਂ ਮੈਨੂੰ ਫੋਨ ਤੇ ਗੱਲ ਕੀਤੀ, ਮੇਰੇ ਨਾਲ ਵੀ ਫੋਨ ਤੇ ਵਾਈਫ ਦੀ ਗੱਲ ਹੋਈ ਤੇ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਅਲੀ ਬਾਈ ਨੂੰ, ਅਗਰ ਜੋ ਕਹਿੰਦੇ ਨੇ ਕਿ ਅਗਰ ਬੈਠਕ ਅਸੀਂ ਦੇਣੀ ਹੈ, ਜੇ ਉਹਨਾਂ ਆਪਣੇ ਸਮਾਨ ਵਾਸਤੇ ਰੱਖਣੀ ਹੈ, ਸਮਾਨ ਉਹਨਾਂ ਦਾ ਪਿਆ ਤੇ ਕੋਈ ਗੱਲ ਨਹੀਂ। ਠੀਕ ਹੈ। ਸਾਨੂੰ ਕੋਈ ਜ਼ਰੂਰੀ ਨਹੀਂ। ਉਹਨਾਂ ਪੁੱਛਿਆ ਤਾਂ ਕਹਿੰਦੇ ਜੀ, ਉਹ ਕਹਿੰਦੇ ਠੀਕ ਹੈ ਅਸੀਂ ਖਾਲੀ ਕਰ ਦਿੰਦੇ ਹਾਂ ਅਗਰ ਤੁਹਾਨੂੰ ਜ਼ਰੂਰਤ ਹੈ। ਉਹਨਾਂ ਮੇਰੇ ਕੋਲ ਅਗਲੇ ਦਿਨ ਆਏ ਨੇ, ਉਹਨਾਂ ਬੈਠਕ ਖਾਲੀ ਕੀਤੀ, ਮੇਰੇ ਕੋਲ ਉਹਨਾਂ ਪੁੱਛਿਆ, ਮੈਂ ਉਹਨਾਂ ਨੂੰ ਕਿਹਾ ਜੀ ਠੀਕ ਹੈ ਸਾਡੇ ਆਪਣੇ ਅਜ਼ੀਜ਼ ਹੀ ਹੈਗਾ, ਉਹਨੂੰ ਅਸੀਂ ਬੈਠਕ ਕਿਰਾਏ ਤੇ ਦੇਣੀ ਹੈ। ਮੈਂ ਆਪਣੇ ਤੌਰ ਤੇ ਇਹ ਕਿ ਉਹ ਅਲਫਾਜ਼ ਉਹਨਾਂ ਨੂੰ ਬੋਲੇ ਮਾਲਕ ਮਕਾਨ ਨੂੰ। ਠੀਕ ਹੈ। ਲੇਕਿਨ ਵਾਈਫ ਦੇ ਕਹਿਣ ਤੇ ਉਹਨਾਂ ਮੈਨੂੰ ਕਿਹਾ, ਮੈਂ ਲੜਕੇ ਨੂੰ ਪਹਿਲੇ ਬੇਸਿਕਲੀ ਮੈਂ ਇਹਨੂੰ ਨਹੀਂ ਜਾਣਦਾ। ਜਿਸ ਦਿਨ ਮਕਾਨ ਦੀ ਗੱਲ ਹੋਈ ਮੈਂ ਉਸ ਦਿਨ ਤੋਂ ਇਹਨੂੰ ਜਾਣਨ ਲੱਗਾ ਕਿ ਇਹਦਾ ਨਾਂ ਯਾਸੀਨ ਹੈ। ਠੀਕ ਹੈ। ਠੀਕ ਹੈ ਸਰ। ਕਦੋਂ ਦੀ ਗੱਲ ਹੈ ਇਹ ਸਰ ਤਕਰੀਬਨ ਕੋਈ 2 ਤਾਰੀਖ ਜਿਹੜੀ ਗੁਜ਼ਰੀ 2 ਮਾਰਚ? ਜੀ ਜੀ ਐਸੇ ਮਹੀਨੇ ਦੀ? ਐਸੇ ਮਹੀਨੇ ਦੀ। ਸਹੀ ਹੈ। ਉਸ ਦਿਨ ਇਹ ਗੱਲ ਹੋਈ ਹੈ, ਇਹਨਾਂ ਨੂੰ 2 ਤਾਰੀਖ ਵਾਲੇ ਦਿਨ ਉਹਨਾਂ ਬੈਠਕ ਖਾਲੀ ਕਰ ਦਿੱਤੀ ਹੈ ਤੇ ਮੈਂ ਇਹਨਾਂ ਨੂੰ ਕੋਈ ਚਾਬੀ ਲੈ ਦਿੱਤੀ ਹੈ ਬੈਠਕ ਦੀ। ਮੈਂ ਕਿਹਾ ਜੀ ਤਾਲਾ ਖੋਲ ਕੇ ਨਾ ਆਪਣਾ ਤਾਲਾ ਲਗਾ ਲਓ ਤੇ ਠੀਕ ਹੈ, ਇਹਨੂੰ ਬੈਠਕ ਦੇ ਦਿੱਤੀ ਅਸੀਂ। ਉਸ ਤੋਂ ਬਾਅਦ ਤਕਰੀਬਨ ਸਰ ਮੇਰੇ ਖਿਆਲ ਕੋਈ 7 ਤੋਂ 8 ਦਿਨ ਹੀ ਗੁਜ਼ਰੇ ਨੇ, ਇਹ ਕੰਮ ਤੇ ਨਹੀਂ ਜਾ ਰਿਹਾ ਤੇ ਮੈਂ ਬੱਚੇ ਆਪਣੀ ਵਾਈਫ ਨੂੰ ਕਹਿ ਰਹੇ ਕਿ ਕੰਮ ਸ਼ਮ ਤੇ ਜਾ ਕੋ ਨਹੀਂ ਰਿਹਾ, ਤੁਸੀਂ ਕਹਿੰਦੇ ਫਰੂਟ ਦਾ ਕੰਮ ਕਰਦਾ ਹੈ। ਉਹ ਇਕੱਲਾ ਰਹਿੰਦਾ ਸੀ? ਹਾਂਜੀ ਬੈਠਕ 'ਚ ਇਕੱਲਾ ਹੀ ਰਹਿੰਦਾ ਸੀ। ਅਸੀਂ ਬਾਹਰ ਦੇ ਗੇਟ ਦੀ ਚਾਬੀ ਉਹਨੂੰ ਦਿੱਤੀ ਹੋਈ ਸੀ। ਸ਼ਾਦੀशुदा नहीं सी? नहीं। ठीक है। और मैंने पहले भी नहीं पूछी नहीं, मैं तो सर इंटरव्यू तक नहीं लिया होता कि तेरी शादी हुई है नहीं हुई, की मामला है, कितने रहना है, पिछों कितने रहने वाला है। ठीक है। सिर्फ ऐसे वास्ते कोई कहते जी ये 4-5 माह तो सारी शॉप ਤੇ ਆ ਰਹੇ ਨੇ ਤੇ ਹੁਣ ਕਾਫੀ ਦਿਨਾਂ ਤੋਂ ਮੈਨੂੰ ਕਹਿ ਰਿਹਾ ਸੀ ਕਿ ਬਾਜੀ ਅਗਰ ਕੋਈ ਬੈਠਕ ਮਕਾਨ, ਕਿਉਂਕਿ ਜੋ ਉਹਨਾਂ ਦੇ ਅਲਫਾਜ਼ ਮੇਰੇ ਨਾਲ ਹੋਏ ਕਿ ਅਗਰ ਕੋਈ ਬੈਠਕ ਤੇ ਜਾਂ ਕੋਈ ਮਕਾਨ ਸਾਨੂੰ ਮਿਲ ਜਾਏ ਕਿਰਾਏ ਤੇ, ਅਗਰ ਤੁਹਾਡੀ ਕੋਈ ਨਜ਼ਰ 'ਚ ਹੋਏ ਤੇ ਮੈਨੂੰ ਦੱਸ ਦੇਣਾ।
ਸਰ ਮੈਂ ਉਹ ਮਕਾਨ ਬੈਠਕ ਦੇ ਦਿੱਤੀ ਇਹਨਾਂ ਨੂੰ ਕਿਰਾਏ ਤੇ। ਸਹੀ ਹੈ, ਲੈ ਕੇ ਦਿੱਤੀ ਮਾਲਕ ਮਕਾਨ को। जी ठीक है, मालिक मकान को। ज़्यादा सर है कि ये उस दिन अचानक रात ਨੂੰ ਮੈਂ ਕੰਮ ਤੋਂ 2 ਡਬਲ ਚੱਲ ਕੇ ਆਇਆ, ਸਵੇਰ ਵੀ ਕੰਮ ਕੀਤਾ, ਰਾਤ ਵੀ ਕੰਮ ਕੀਤਾ ਸੀ ਮੈਂ। और प्लास्टिक जी फैक्ट्री प्लास्टिक फैक्ट्री। सही है। सर मैं आके तकरीबन 9 साढ़े 9 बजे लेटिया, मेरी तबीयत बहुत ख़राब सी। 11:30 बजे वाइफ दुकान बंद करके आए ने, उन्होंने मैंने चाय वगैरह बना के दी है, मेडिसिन दी है, मैं मेडिसिन खाधी। उन्होंने मैंने पूछा कि हालांकि उन्होंने दुकान से कह के आया कि मैं दोबारा फिर काम पे जाना है, सही है, लेकिन मैं नहीं जा पाया कि मेरी तबीयत अचानक बहुत ज़्यादा ख़राब हो गई, थकावट हो गई कि 2-3 दिन तो मैं काम कर रहा सर डबल। मैं लेट गया सर। उस तो बाद मैंने कोई होश नहीं। रात को 2:30 बजे तकरीबन अचानक वाशरूम वास्ते मैं उठा, मेरी अचानक अख खुली है तो वाशरूम में हल्की फुल्की मतलब कि जिस तरह बोलन दी या कोई शोर शराबे की आवाज़ सुनी है मैं। तो मैं सर ये देखा कि शायद ये कोई वाइफ मेरी कि इस टाइम उन्होंने कितने जाना था, लेकिन मैं टाइम भी नहीं देखा। मैं हो सकता कि बाहर शॉप पर ना चले गए हों, टाइम तो मैं नोट नहीं किया। लाइट जल पई सी साडी। मैं बैठक वाली साइड ते गया तो सर, लेकिन अगे इन्हों का जरा ना गलत मरासम देख के मैंने तकलीफ हुई और गुस्सा आया मैनू। अच्छा। कि वाइफ भी बैठक में मौजूद सन, ये लड़का भी उत्ते। सर मैं लड़के ने थप्पड़ मारिया, 4 पाई एक ਜਿਹੜੀ ਤੇ बैठे हुए सी दौड़ के दूसरी साइड ਤੇ चला गया। उस तो वाइफ ਨੂੰ मैं थप्पड़ मारिया, लेकिन वो उठ के मेरे गले पै गए ने। गले पै गई जी। अच्छा। उन्हें मेरे बाल पकड़े ने। मेरी तबीयत बहुत ज़्यादा सर उस टाइम नासाज गई सी, बहुत बुखार सी मैनू, लेकिन मैं उस टाइम ना जिस तरह बाल पकड़ के खींच के जिस तरह बंदा 4 पाई ते बैठ जाता ना, लत्तां नीचे लटका के, इस तरह वो बैठ गए ने तो मैं भी थल्ले बैठ गया। बाल इस तरह मेरे उन्होंने पकड़े ने, मैं बैठ गया। तो यासीन ਨੂੰ 2-3 दफ़ा मैं कहा मेरे बाल छड़ ਦਿਓ, ਬਾਕੀ ਗੱਲ ਤੁਹਾਡੇ ਨਾਲ बैठ के करना ਹੁਣ मैं। यासीन ਨੂੰ ਕਿਹਾ? नहीं ਉਹਨਾਂ ਨੂੰ ਕਿਹਾ ਵਾਈਫ ਨੂੰ, लेकिन ਉਹਨਾਂ नहीं ਛੱਡੇ। फिर मैं यासीन ਨੂੰ ਕਿਹਾ कि यासीन मेरे बाल छुड़वा, तो लेकिन यासीन भी नहीं मकसद तक। तो लेकिन मेरे दिमाग में फौरी शक आया कि हो सकता है दोनों मिलकर मैंने मारना दें, क्योंकि वाइफ मेरी अगर मेरे गले पै गई तो हो सकता है दोनों मिलकर मैंने मारना दें। सही है। मैं यासीन ਨੂੰ गल की, मैं पुलिस ਨੂੰ कॉल करांगा, पुलिस ਨੂੰ बुलाना, वरना ਇਹਦਾ गला दबा देना मारना। अच्छा, उसे टाइम उसे सिचुएशन उसे सिचुएशन। अच्छा जी सर, इन्नी गल मैं की है ज़रूर, लेकिन यासीन ने मेरे बाल ते छुड़वाए ने। मैं जिस तरह बैठा उस उत्थे मैं अपना सिर इस तरह करके बैठ गया, यानी कि वाइफ दी लत्तां मेरे बिल्कुल करीब सन, मैं उन्होंने लत्तां ते इस तरह हाथ रखे हुए इस तरह। अच्छा। जिस तरह मकसद के बंदा बैठा होता, तो यासीन ने उसका गला दबा दिता, लेकिन सर मैं दूसरी आवाज़ तक नहीं आती सुनी कि उन्हें कोई आवाज़ दी हो या शोर मचाया हो कि अल्लाह बेहतर जानता किस हिसाब नाल इन्हें गला दबाया, कुछ नहीं कह सकते इस बारे। की सर इन्ना इस हिसाब नाल इन्हें गला दबाया, कोई आवाज़ तक नहीं निकली दोबारा। निकली नहीं? नहीं। तेरे कहने ते यासीन ने फिर गला जी दबा बिल्कुल। मैं क्या जी गला दबा दे, तो बाकी उस तो बाद मैं क्या छड़ना मैं तेनों भी को नहीं, मैं अल्फाज भी नाल बोले ने। अच्छा। छड़ना तेनों भी को नहीं, मैं पुलिस ने बुलाना, फिर फोन करना मैं पुलिस ਨੂੰ। हाँ। लेकिन सर ਇਹਦੇ ਕੋਲ ਬਾਹਰ ਗੇਟ ਦੀ ਚਾਬੀ ਸੀ, ਜਿਸ ਟਾਈਮ ਮੈਨੂੰ ਇਹਨਾਂ ਪਕੜ ਲਿਆ, ਮਕਸਦ ਕਿ ਉਹਨਾਂ ਦੀ ਡੈਥ ਹੋ ਗਈ। ਮੈਂ ਤੇ ਆਪਣੇ ਮਕਸਦ ਕਿ ਜਿਸ ਤਰ੍ਹਾਂ ਕਿ ਇਨਸਾਨ ਮੌਤ ਨਹੀਂ ਹੋ ਜਾਂਦਾ, ਮੈਂ ਤਾਂ ਉੱਥੇ ਬੈਠਾ ਹੀ ਬੈਠ ਗਿਆ, ਲੇਕਿਨ ਇਹਦੇ ਕੋਲ ਬਾਹਰ ਦੀ ਅਸੀਂ ਚਾਬੀ ਇਹਨੂੰ ਇੱਕ ਦਿੱਤੀ ਹੋਈ ਕਿ ਜਿਸ ਟਾਈਮ ਮਰਜ਼ੀ ਰਾਤ ਨੂੰ ਆਉਂਦਾ ਸੀ ਜਾਂਦਾ ਸੀ। ठीक है। ਤੇ ਇਹ ਮੈਂ ਉੱਥੇ ਬੈਠਾ ਰਹਿ ਗਿਆ, ਲੇਕਿਨ ਇਹਨੇ 2 ਮਿੰਟ ਵੀ ਨਹੀਂ ਲਗਾਏ ਸਰ। ਇਹ ਬਾਈਕ ਆਪਣੀ ਨਿਕਾਲ ਕੇ ਤੇ ਲੈ ਕੇ ਤੇ ਬਾਹਰੋਂ ਜਾਂਦਿਆਂ ਤਾਲਾ ਲਗਾ ਕੇ ਤੇ ਚਲਾ ਗਿਆ। ਉੱਤੇ ਤੂੰ ਭਜਾਇਆ ਨਾ ਉਹਨੂੰ, ਤੇ ਪੁਲਿਸ ਇਹੀ ਕਹਿੰਦੀ ਹੈ ਕਿ ਤੂੰ ਉਹਨਾਂ ਦੇ ਕੋਲ ਕਤਲ ਕਰਵਾਇਆ ਨਾ ਕਤਲ। ਜੀ, ਤੂੰ ਹੀ ਉਹਨੂੰ ਕਿਹਾ ਨਾ ਕਿ ਗਲਾ ਦਬਾ। ਜੀ। ਉਹਨੇ ਗਲਾ ਦਬਾ ਦਿੱਤਾ, ਕਤਲ ਕਰਤਾ। ਕਤਲ ਕਰਨ ਤੋਂ ਬਾਅਦ ਆਪ ਨਹੀਂ ਭੇਜਿਆ ਉਹਨੂੰ ਤੂੰ? सर नहीं ये तो नहीं, मैं उन्होंने कहा कि तू दौड़ जा तो मैं संभाल लवांगा, लेकिन ठीक है जिस तरह अगर जो मैं उन्होंने कह दिता कि मैं कि तू ਇਹਦਾ ਗਲਾ ਦਬਾ ਦੇ। नहीं सर ਮੁਦਈ ਬਣਨ ਦੀ ਗੱਲ ਮੈਂ ਨਹੀਂ ਉਹਦੇ ਨਾਲ ਕੀਤੀ, ਕਿ ਨਾ ਹੀ ਉੱਥੋਂ ਉਸ ਟਾਈਮ ਐਸਾ ਹੱਤਾ ਕਹੀ ਕਿ ਮੈਂ ਉਹਨੂੰ ਕਿਹਾ ਕਿ ਗਲਾ ਦਬਾ ਦੇ ਇਹਦਾ, ਤੂੰ ਇਹਨੂੰ ਮਾਰ ਦੇ, ਵਰਨਾ ਮੈਂ ਪੁਲਿਸ ਨੂੰ ਬੁਲਾਣਾ ਤੇ ਤੇਰਾ ਨਾਲ ਵੀ ਮੈਂ ਮਕਸਦ ਹੈ ਕਿ ਕੁਛ ਐਸੇ ਹੱਲ ਕਰਾਂਗਾ। ਤੂੰ ਵੀ ਉਹਨੂੰ ਫੜਿਆ ਸੀ, ਜ਼ਾਹਿਰੀ ਜੀ ਗੱਲ ਉਹਨੇ ਇਕੱਲੇ ਨੇ ਕਿੱਥੇ ਗਲਾ ਦਬਾਣਾ? ਜੇ ਸਰ ਜਿਸ ਟਾਈਮ ਮੈਂ ਬੈਠਾ ਸੀ, ਮੈਂ ਉਹਦੀਆਂ ਲੱਤਾਂ ਤੇ ਵਜ਼ਨ ਤੇ ਮੈਂ ਦਿੱਤਾ ਹੋਇਆ ਸੀ। ਦਿੱਤਾ ਹੋਇਆ ਸੀ ਵਜ਼ਨ? ਜੀ। ਉਹਨੇ ਫਿਰ ਗਲਾ ਦਬਾਇਆ? ਜੀ ਉਹਨੇ ਗਲਾ ਉਹ ਫਿਰ ਕਤਲ ਕਰਤਾ ਉਹਨੂੰ, ਮਾਰਤਾ? ਜੀ ਮਾਰ। ਉਸ ਤੋਂ ਬਾਅਦ ਕੀ ਕੀਤਾ ਜੀ? ਫਿਰ ਮੈਂ ਤੇ ਲੇਟ ਗਿਆ, ਜਾ ਕੇ ਸਵੇਰ ਉੱਠਿਆ ਮੈਂ, ਮੇਰੇ ਕੋਲ ਤੇ ਬਾਹਰ ਖੜੇ ਬਾਹਰ ਤਾਲਾ ਲਾ ਦਿੱਤਾ ਸੀ। ਕਰਕੇ ਲਾਸ਼ ਨੂੰ ਉੱਥੇ ਹੀ ਰੱਖਿਆ ਤੇ ਸੋ ਗਏ? ਜੀ। ਆਪਣੇ ਕਮਰੇ 'ਚ ਚਲਾ ਗਿਆ ਦੁਬਾਰਾ? ਜੀ ਆਪਣੇ ਕਮਰੇ ਚਲਾ ਗਿਆ। ਫਿਰ ਉੱਠੇ? जी सुबह मैं उठा, वो भी बेटी मेरी बड़ी ने मैंने आवाज़ दी थी तो मैं उठा। अच्छा। तो मैं उठ के बेटा मैं कहा देखो मामा को पता नहीं क्या हुआ, मैं कहा शायद देखो बेटा मामा का बीपी तो नहीं लो हुआ पड़ा। अच्छा। ਇਹ ਅਲਫਾਜ਼ ਮੈਂ ਬੇਟੀ ਨੂੰ ਜ਼ਰੂਰ ਕਹੇ ਨੇ। ਫਿਰ ਉਸ ਤੋਂ ਬਾਅਦ ਸਰ ਮੈਂ ਆਖਿਆ ਜੀ ਬਾਹਰੋਂ बेटी मेरी कहती पापा जी बाहर से ताला लगा है, गेट तो ताले तो लगे हुए हैं, चाबियाँ किसके पास हैं? वो चाबियाँ तो उसके यासीन के पास होती, बड़े गेट की। मैं कहा बेटा छोटे गेट की चाबी आपके पास होगी। बेटी छोटी मेरी ने छोटा गेट खोलिया सर, मैं बाहर निकलिया, मैं सामने एक लड़का खड़ा सी हमसाया साडा, मैं उन्होंने कहा मैं कि यार 15 ਤੇ ਕਾਲ ਕਰੀ। ਤੇ ਮੈਂ ਆਪਣਾ ਬੈਲੈਂਸ ਕਰਾਉਣ ਵਾਸਤੇ ਅੱਗੇ ਇੱਕ ਦੁਕਾਨ ਤੇ ਗਿਆ, ਉੱਥੋਂ ਉਹਨਾਂ ਨੂੰ ਮੈਂ ਕਿਹਾ ਯਾਰ ਇਸ ਤਰ੍ਹਾਂ ਮੇਰੀ ਵਾਈਫ ਕਤਲ ਹੋ ਗਈ, ਜਾਂ ਤਾਂ ਮੇਰੇ ਕੋਲ ਬੈਲੈਂਸ ਕਰੋ, ਮੈਨੂੰ ਬੈਲੈਂਸ ਕਰ ਦੇ। ਠੀਕ ਹੈ। ਉੱਥੋਂ ਸਰ ਫਿਰ ਵਾਪਸ ਆ ਗਿਆ ਤਾਂ ਮੈਂ ਆਪਣੇ ਘਰ ਰੁਕ ਕੇ ਆਣ ਕੇ ਆਪ ਕਰਾਈ 15 ਤੇ ਕਾਲ? ਜੀ ਮੈਂ ਬਿਲਕੁਲ ਸਾਹਮਣੇ ਆਪਣੇ ਹਮਸਾਏ ਨੂੰ ਮੈਂ ਕਿਹਾ ਕਿ 15 ਠੀਕ ਹੈ। ਫਿਰ ਪੁਲਿਸ ਆ ਗਈ? ਜੀ ਪੁਲਿਸ ਆ ਗਈ। ਫਿਰ ਕੀ ਕੀਤਾ ਸਰ? ਕੁਝ ਨਹੀਂ, ਪੁਲਿਸ ਆ ਗਈ। ਪੁਲਿਸ ਨੇ ਉੱਥੇ ਸਾਡੇ ਕੋਲ ਇਨਵੈਸਟੀਗੇਸ਼ਨ ਕੀਤੀ, ਥੋੜਾ ਬਹੁਤ ਪੁੱਛਿਆ, ਪੁਲਿਸ ਵਾਲੇ ਨਾਲ ਲੈ ਕੇ ਮੈਨੂੰ ਥਾਣੇ ਆ ਗਏ। ਹਾਂ ਬਸ ਉਹਨਾਂ ਨੂੰ ਕੀ ਦੱਸਿਆ? ਪਹਿਲਾ ਬਿਆਨ ਉਹਨਾਂ ਨੂੰ ਕੀ ਸੀ ਕਿ ਮੇਰੀ ਔਰਤ ਨੂੰ ਕੋਈ ਕਤਲ ਕਰ ਗਿਆ, ਡਾਕੂ ਆਏ ਸੀ ਘਰ ਚੋਂ? ਨਹੀਂ ਸਰ ਡਾਕੂਆਂ ਦਾ ਮੈਂ ਨਹੀਂ ਕਿਹਾ, ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੇਰੀ ਬੈਠਕ 'ਚ ਇੱਕ ਕਿਰਾਏਦਾਰ ਹੈਗਾ ਸੀ, ਮੈਂ ਕਿਹਾ ਉਹ ਕਤਲ ਕਰਕੇ ਤੇ ਫਰਾਰ ਹੋ ਗਿਆ। ਅੱਛਾ ਜੀ।
ਕਿਰਾਏਦਾਰ ਹੈਗਾ ਸੀ ਉਹ ਕਤਲ ਕਰਕੇ ਫਰਾਰ ਹੋ ਗਿਆ। ਜੀ ਜੀ ਕੀ ਦੱਸਿਆ ਕਿ ਮੈਂ ਸੋ ਰਿਹਾ ਸੀ? ਜੀ ਸੋ ਰਿਹਾ ਸੀ। ਅੱਛਾ, ਫਿਰ ਅੱਗੇ ਪੁਲਿਸ ਕੀ ਕਹਿੰਦੀ? ਪੁਲਿਸ ਨੇ ਇਹ ਕਿਹਾ ਕਿ ਨਹੀਂ ਤੂੰ ਅਗਰ ਉਹਦੇ ਨਾਲ ਮਕਸਦ ਜ਼ਾਰੀ ਗੱਲ ਹੈ ਕਿ ਅਸੀਂ ਆਪਣੀ ਸਾਡੀ ਇਨਵੈਸਟੀਗੇਸ਼ਨ ਇਹ ਕਹਿੰਦੀ ਹੈ ਕਿ ਤੂੰ ਮੁਲਵਸ। ਅੱਛਾ, ਫਿਰ ਜੀ ਸਰ ਜ਼ਾਰੀ ਬਾਤ ਹੈ, ਮੇਰੀ ਤਫਤੀਸ਼ ਵੀ ਹੋਈ ਹੈ, ਮੈਂ ਮੰਨਿਆ ਮੈਂ ਇਕਬਾਲੇ ਜੁਰਮ ਕੀਤਾ। ਸਹੀ ਜੀ। ਯਾਸੀਨ ਕਿੱਥੇ ਭਜਾਇਆ ਸੀ ਫਿਰ? ਸਰ ਕਿਤੇ ਵੀ ਨਹੀਂ, ਮੈਂ ਘਰੋਂ ਦੇ ਘਰੋਂ ਚਲਾ ਗਿਆ, ਵੱਲਾ ਬਿਹਤਰ ਜਾਂਦਾ ਉਹ ਕਿੱਥੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਇਹ ਤੇ ਮੈਨੂੰ ਨਹੀਂ ਇਲਮ, ਕਿਉਂਕਿ ਮੈਂ ਤਾਂ ਥਾਣੇ ਹੈਗਾ ਸੀ ਉਸ ਟਾਈਮ। ਉਹਨਾਂ ਜਿਹੜੇ 4 ਬੱਚੇ ਨੇ ਉਹਨਾਂ ਦਾ ਕੀ ਕਸੂਰ ਹੈ, ਉਹਨਾਂ ਦਾ ਕੀ ਮੁਸਤਕਬਲ ਹੈ ਜਿਹਨਾਂ ਦੀ ਵਾਲਦਾ ਨੂੰ ਤੂੰ ਕਤਲ ਕਰਤਾ, ਤੇਰੀ ਬੀਵੀ ਸੀ ਜੀ, ਤੇ ਉਹਨਾਂ ਦੀ ਜ਼ਿੰਦਗੀ ਅੱਗੇ ਅਸਰਅੰਦਾਜ਼ ਇਹ ਗੱਲ ਨਹੀਂ ਹੋਏਗੀ? ਬਹੁਤ ਜ਼ਿਆਦਾ ਸਰ ਹੋਏਗੀ। ਉਹਨਾਂ ਦਾ ਕੀ ਮੁਸਤਕਬਲ ਹੋਏਗਾ? ਸਰ ਕੀ ਮੁਸਤਕਬਲ ਹੋਗਾ ਮੈਂ ਕੁਝ ਕਹਿ ਨਹੀਂ ਸਕਦਾ ਹੁਣ, ਕਿ ਮੈਂ ਤੇ ਇਹ ਰਿਕੁਐਸਟ ਕਰਾਂਗਾ ਕਿ ਸਰ ਜਿਨ੍ਹਾਂ ਦੇ ਕੋਲ ਨੇ ਖੁਦਾ ਰਾਓ ਮੇਰੇ ਬੱਚਿਆਂ ਨੂੰ, ਚਲੋ ਹੋਰ ਕੁਝ ਨਹੀਂ ਤੇ ਮੇਰੇ ਬੱਚਿਆਂ ਨੂੰ ਜਿਹੜਾ ਨਾ ਤਾਲੀਮ ਦਿਲਵਾ ਦੇਣ ਜਾਂ ਉਹਨਾਂ ਨੂੰ ਕਿਸੇ ਅੱਛੇ ਰਾਸਤੇ ਉਹਨਾਂ ਦੀ ਪਰਵਰਿਸ਼ ਕਰ ਲੈਣ। ਤੇ ਉਹਨਾਂ ਨੂੰ ਭੁੱਲ ਪਾਏਗਾ ਉਹਨਾਂ ਦੀ ਮਾਂ ਨਾਲ ਕੀ ਹੋਇਆ, ਕਿੰਨੇ ਕਤਲ ਕੀਤਾ, ਪਿਓ ਕਿੱਥੇ ਚਲਾ ਗਿਆ, ਉਹਨਾਂ ਦਾ ਤੇ ਸਭ ਕੁਝ ਤਬਾਹ ਬਰਬਾਦ ਹੋ ਗਿਆ ਨਾ। ਉਹਨਾਂ ਦਾ ਕੀ ਕਸੂਰ ਹੈ? ਸਰ ਬਿਲਕੁਲ ਉਹਨਾਂ ਦਾ ਕੁਝ ਵੀ ਨਹੀਂ ਕਸੂਰ ਹੈਗਾ ਸਰ, ਉਹ ਤੇ ਬਿਲਕੁਲ ਉਹਨਾਂ ਦਾ ਘਰ ਵੀ, ਮੇਰਾ ਵੀ ਘਰ ਬਰਬਾਦ ਹੋ ਗਿਆ, ਉਹ ਵੀ ਬਰਬਾਦ ਹੋ ਗਿਆ। ਉਹ ਵੀ ਬਰਬਾਦ? ਜੀ ਬਿਲਕੁਲ ਬਰਬਾਦ ਹੋ ਗਿਆ। ਪਹਿਲੇ ਸ਼ੱਕ ਵੀ ਨਹੀਂ ਸੀ ਇਸ ਸਰ ਕਦੇ ਵੀ ਇਸ ਤਰ੍ਹਾਂ ਦਾ, ਅਗਰ ਇਸ ਤਰ੍ਹਾਂ ਦਾ ਹੁੰਦਾ ਤੇ ਸਰ ਹੋ ਸਕਦਾ ਕਿ ਇਸ ਦਿਮਾਗ ਤੱਕ ਇੰਨਾ ਕਿ ਤੈਸ਼ ਇਨਸਾਨ ਨੂੰ ਨਾ ਆਉਂਦਾ, ਕभी ਇਸ ਤਰ੍ਹਾਂ ਦਾ ਪਹਿਲੇ ਹੋਇਆ ਹੀ ਨਹੀਂ। ਅਕਬਰ ਸਾਹਿਬ ਤੁਸੀਂ ਇਹਦੀ ਗੁਫ਼ਤਗੂ ਸੁਣ ਰਹੇ ਹੋ, ਇਹ ਕਿੰਨਾ ਸੱਚ ਤੇ ਕਿੰਨਾ ਝੂਠ ਬੋਲ ਰਿਹਾ ਨੇ? ਪੁਲਿਸ ਨੂੰ ਕਿਸ ਤਰੀਕੇ ਨਾਲ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਹੈ? ਇਹਨੇ ਕਾਫੀ 3-4 ਦਿਨ ਦੀ ਤਫਤੀਸ਼ ਕੀਤੀ ਹੈ, ਬਿਲਕੁਲ ਝੂਠ ਮਾਰਦਾ ਸੀ ਉਹ ਇਕੱਲਾ ਕਤਲ ਕਰ ਗਿਆ। ਅੱਛਾ, ਮੇਰਾ ਕੋਈ ਇਹਦਾ ਰੋਲ ਨਹੀਂ, ਮੈਂ ਤੇ ਸੁੱਤਾ ਸੀ, ਮੈਨੂੰ ਵੱਡੀ ਬੱਚੀ ਨੇ ਉਠਾਇਆ, ਮੈਨੂੰ ਨਹੀਂ ਪਤਾ ਕਿੰਨੇ ਮਾਰਿਆ, ਬਹਰਹਾਲ ਉਹ ਮਾਰ ਗਿਆ। ਇਹ ਮੇਰਾ ਅੰਦਾਜ਼ਾ ਜੀ ਉਹ ਹੀ ਮਾਰ ਗਿਆ, ਮੇਰਾ ਜਿਹੜਾ ਯਾਸੀਨ ਸੀ ਨਾ, ਜਿਹੜਾ ਨਾ ਬੈਠਕ ਦੇ ਵਿੱਚ ਕਿਰਾਏਦਾਰ ਰੱਖਿਆ ਸੀ, ਉਹ ਮਾਰ ਗਿਆ। ਅਸੀਂ ਉਹਨੂੰ ਕਾਫੀ ਸਮਝਾਇਆ ਵੀ ਇਕੱਲਾ ਬੰਦਾ ਔਰਤ ਨੂੰ ਨਹੀਂ ਮਾਰ ਸਕਦਾ, ਬਹਰਹਾਲ ਇਹ ਆਪਣੇ ਮੌਕੇ ਤੇ ਡਟਿਆ ਰਿਹਾ। ਫਿਰ ਅਸੀਂ ਇਹਦੀ ਬੜੀ ਸਖਤੀ ਨਾਲ ਤਫਤੀਸ਼ ਕੀਤੀ ਹੈ, ਚੌਥੇ ਦਿਨ ਮੰਨਿਆ ਜਾ ਕੇ। ਇਹਨੇ ਆਖਿਆ ਜੀ ਮੈਂ ਲੱਤਾਂ ਫੜੀਆਂ ਸਨ, ਉਹਨੂੰ ਆਖਿਆ ਵੀ ਦਬਾ ਗਲਾ, ਮੈਂ ਕਾਬਲੇ ਤਰਾਦ ਹਾਲਤ 'ਚ ਵੇਖਿਆ ਤੇ ਮੈਂ ਮਾਰ ਦਿੱਤਾ। ਹਾਂ, ਹੋਰ ਕੀ ਹੈ ਕਹਾਣੀ ਬਣਾ ਰਿਹਾ? ਬਾਕੀ ਇਹ ਸਭ ਬਸ ਇਹਨੇ ਕਾਫੀ ਕਹਾਣੀਆਂ ਬਣਾਈਆਂ ਨੇ ਜੀ। ਪਹਿਲੋਂ ਮੈਂ ਡਕੈਤੀ ਦੀ ਵੀ ਗੱਲ ਕੀਤੀ ਹੈ? ਨਹੀਂ ਡਕੈਤੀ ਦੀ ਇਹਨੇ ਗੱਲ ਨਹੀਂ ਕੀਤੀ। ਇਹਨੇ ਜੀ ਮਹੱਲੇਦਾਰਾਂ ਨੂੰ ਆਖਿਆ ਜੀ ਮੇਰੀ ਬੀਵੀ ਦਾ BP ਲੋ ਹੋ ਗਿਆ ਸੀ ਤੇ ਉਹਦੀ ਵਜ੍ਹਾ ਨਾਲ ਮੈਂ ਲੱਗਿਆ ਕਾਰ ਸ਼ਾਰ ਦੀ ਦਵਾਈ ਮੰਗਾਉਣਾ ਹੈ ਤੇ ਮੇਰੇ ਮੋਬਾਈਲ 'ਚ ਹੈ ਨਹੀਂ ਗੀ ਆਪਣਾ ਬੈਲੈਂਸ ਨਹੀਂ ਹੈ। ਫਿਰ ਇਹਨੇ ਗੁਆਂਢੀਆਂ ਤੋਂ ਕਾਲ ਕਰਾਈ 15 ਤੇ ਮੇਰੀ ਬੀਵੀ ਨੂੰ ਕੁਛ ਹੋ ਗਿਆ, ਉਹਦਾ BP ਲੋ ਹੋਇਆ। ਹਾਲਾਂਕਿ ਉਹਨੂੰ ਸਾਰੀ ਗੱਲ ਦਾ ਪਤਾ ਸੀ, ਇਹਨੇ ਲੱਤਾਂ ਫੜੀਆਂ ਨੇ, ਉਹਨੇ ਬੜੀ ਜ਼ੋਰ 'ਚ ਗਲਾ ਦਬਾਇਆ। ਉਹ ਜਵਾਨ ਮੁੰਡਾ ਨਹੀਂ ਭਜਵਾਇਆ ਸੀ ਉਹਨੂੰ ਯਾਸੀਨ ਨੂੰ ਕਿ ਉਹ ਚਲਾ ਜਾ, ਇਹਨੇ ਆਖਿਆ ਵੀ ਮੈਂ ਸਾਂਭ ਲਵਾਂਗਾ, ਮਦਈ ਤੇ ਮੈਂ ਹੀ ਬਣਨਾ ਨਾ, ਤੇ ਤੂੰ ਨੱਸ ਜਾ। ਇਹਨੇ ਆਪ ਨੂੰ ਨਸਾਇਆ। ਇੱਥੋਂ ਆ ਕੇ ਥੋੜੀ ਜਿਹੀ ਗੱਲ ਇਹਨੇ ਬਦਲੀ ਹੈ, ਬਾਕੀ ਇਹਨੇ ਬਿਲਕੁਲ ਸੇਮ ਗੱਲ ਸਹੀ ਦੱਸੀ। ਸਹੀ ਹੈ। ਹਾਂ ਬਈ, ਇਹ ਕੀ ਗੱਲ ਹੈਗੀ ਹੈ ਬਦਲੀ? ਇਹ ਗੱਲ, ਇਹ ਜਿਹੜੀ ਗੱਲ ਕਰ ਰਹੇ ਨੇ ਅਕਬਰ ਸਾਹਿਬ ਜੀ, ਕੀ ਕਹਿ ਰਹੇ ਨੇ? ਇਹ ਗੱਲ ਸੱਚ ਹੈ, ਝੂਠ ਬੋਲ ਰਹੇ ਨੇ? ਨਹੀਂ ਸੱਚ ਹੈ ਸਰ। ਸੱਚ ਹੈ, ਫਿਰ ਤੂੰ ਝੂਠ ਬੋਲ ਰਿਹਾ? ਸਰ ਮੈਂ ਇਹ ਗੱਲ ਕੀਤੀ ਹੈ ਕਿ ਚਾਬੀ ਉਹਦੇ ਕੋਲ ਵੀ ਹੈ ਸੀ, ਜਾਂ ਮੈਂ ਉਹਨਾਂ ਨੂੰ ਮਕਸਦ ਹੈ ਕਿ ਉਹਨੂੰ ਇਹ ਅਲਫਾਜ਼ ਜਿਸ ਟਾਈਮ ਬੋਲੇ ਨੇ, ਅਗਰ ਸਰ ਮੈਂ ਇਕਬਾਲੇ ਜਦੋਂ ਇਹ ਕਰ ਲਿਆ ਕਿ ਠੀਕ ਹੈ ਤਾਂ ਗਲਾ ਦਬਾ ਦੇ, ਇਹਨੂੰ ਮਾਰ ਦੇ, तो उस तो बाद सर अगर मैं ये अल्फाज मैं ही हो सकता क्योंकि मेरा उस टाइम दिमाग नहीं कर, मैं उन्होंने कह देता हूँ कि ठीक है यार जा तो दौड़ जा। इसका मौक़िफ़ तो जान लिया, अब यासीन की जानिब रुख करेंगे और उससे जानेंगे कि उसने ये कत्ल की वारदात की, कब से उसने उस खातून के साथ, शादीशुदा खातून के साथ ताल्लुकात कायम किए और फिर बिलाखिर उसके ही शौहर के कहने पर उसे बेदर्दी के साथ मौत के घाट उतार दिया। इंटर होया ते असीं अंदर दोवें इकट्ठे ही आए सां। ਉਹਨੇ ਆ ਕੇ ਇੱਕ ਥੱਪੜ ਮੈਨੂੰ ਮਾਰਿਆ, ਇੱਕ ਉਹਨੂੰ ਮਾਰਿਆ। ਉਹਨੇ ਮੈਨੂੰ ਥੱਪੜ ਮਾਰਿਆ, ਮੈਂ ਦੂਸਰੀ ਸਾਈਡ ਤੇ ਹੋ ਗਿਆ ਤੇ ਉਹਦੀ ਬੀਵੀ ਨੇ ਉਹਦੇ ਵਾਲ ਪਕੜ ਲਏ ਨੇ, ਠੀਕ ਹੈ, ਹੱਥੋਂ ਪਾਈ ਹੋਣ ਲੱਗ ਪਏ ਨੇ। ਅੱਛਾ। ਤੇ ਉਹਦੇ ਹਸਬੈਂਡ ਨੇ ਮੈਨੂੰ ਇਹ ਗੱਲ ਕੀਤੀ, ਉਹਨੇ ਕਿ ਯਾਸੀਨ ਇਹਦਾ ਗਲਾ ਦਬਾ ਦੇ, ਠੀਕ ਹੈ, ਤੈਨੂੰ ਮੈਂ ਬਾਅਦ ਤੇ ਆਪੇ ਸੰਭਾਲ ਲਾਂਗਾ। नाजरीन, हमारे साथ यासीन नामी वो मुलजिम मौजूद है जिसने एक शादीशुदा खातून 4 बच्चों की मां के साथ ताल्लुकात बनाए और उसके बाद उसी के शौहर के कहने पर उसे मौत के घाट उतार दिया। ये सब कुछ इसने कैसे किया, पुलिस ने इसे कब गिरफ्तार किया और मजीद तफसीलात इस केस में हैं क्या, इसी की जुबानी जानते हैं। हाँ भाई जी सर। यासीन की करना है? मैं फ्रूट का काम करना है। किथे? इत्थे लाहौर। किधर दा रहने वाला है? उकाड़े दा। उकाड़े दा। कदों तो इधर शिफ्ट होए हैं? तकरीबन 10 साल हो गए। कितनी उम्र ही तेरी? 23 साल। 23 साल। किवें ताल्लुकात बनाए खतून नाल? सर मैं ਉੱਥੋਂ ਲੰਘਦਾ ਸਾਂ ਗਲੀ ਵਿੱਚੋਂ, ਦੁਕਾਨ ਤੇ ਆਂਦਾ ਜਾਂਦਾ ਸਾਂ, ਬੋਤਲ ਵਗੈਰਾ ਲੇਜ਼ ਵਗੈਰਾ ਲੈਂਦਾ ਸਾਂ। ਅੱਛਾ। ਉਹਨਾਂ ਮੈਨੂੰ ਆਪਣਾ ਨੰਬਰ ਦੇ ਦਿੱਤਾ। ਠੀਕ ਹੈ। ਉੱਥੋਂ ਉਹਨਾਂ ਨਾਲ ਮੇਰਾ ਤਲਕ ਵਾਸਤਾ ਬਣ ਗਿਆ ਸੀ। ਸਹੀ ਹੈ। ਆਣ ਜਾਣ ਹੋ ਗਿਆ, ਫੋਨ ਤੇ ਰਾਬਤੇ ਹੋਣ ਲੱਗ ਪਿਆ। ਅੱਛਾ। ਹਾਂਜੀ। ਕਦੋਂ ਦੀ ਗੱਲ ਹੈ? ਅੱਜ ਤੋਂ 4 ਮਹੀਨੇ ਪਹਿਲੇ ਦੀ ਗੱਲ ਹੈ। 4 ਮਹੀਨੇ ਪਹਿਲੇ ਜੀ ਦੀ ਗੱਲ। ਸਰ। ਪਤਾ ਲੱਗਾ ਖਾਤੂਨ 4 ਬੱਚਿਆਂ ਦੀ ਮਾਂ ਹੈ, ਉਹਦਾ ਬੰਦਾ ਵੀ ਹੈਗਾ?
ਪਤਾ ਸੀ? ਇਹ ਪਤਾ ਸੀ ਸ਼ਾਦੀशुदा ਹੈ, ਨਹੀਂ ਪਤਾ 4 ਬੱਚਿਆਂ ਦੀ ਮਾਂ ਹੈ। ਓਏ ਤੂੰ ਉੱਥੇ ਰਹਿੰਦਾ ਰਿਹਾ, ਝੂਠ ਬੋਲੀ ਜਾਂਦਾ। ਸਰ ਉਹ ਬਾਅਦ ਤੇ ਪਤਾ ਚੱਲਿਆ। ਹਾਂ। ਪਤਾ ਚੱਲਿਆ ਜ਼ਰੂਰ ਹੈ, ਪਰ ਬਾਅਦ ਉਹਨੇ ਤੇ ਕੀ ਚੱਲਿਆ ਦੱਸਿਆ ਕਿ ਮੈਂ ਕੁਵਾਰੀ ਹਾਂ? ਨਹੀਂ। ਹਾਂ। ਉਹਨੇ ਇਹ ਹੀ ਕਿਹਾ ਸੀ ਮੇਰੇ 2 ਬੱਚੇ ਹਨ। ਅੱਛਾ, ਹਾਂਜੀ 2 ਬੱਚੇ ਹੈਗੇ। ਜੀ। ਸਹੀ ਹੈ। ਤੇ ਫਿਰ ਉਹਦੇ ਨਾਲ ਕੀ ਕੀਤਾ? ਇਸ਼ਕ ਕਰ ਲਿਆ? ਹਾਂਜੀ ਹਾਂਜੀ ਕੀ? ਇਸ਼ਕ ਕਰ ਲਿਆ, ਆਣ ਜਾਣ ਬਾਹਰ ਆਣ ਜਾਣ ਸਾਡਾ ਹੋ ਗਿਆ ਸੀ। ਤੇ ਫਿਰ ਜਿੱਥੇ ਮੈਂ ਕੰਮ ਕਰਦਾ ਸੀ ਉਹਨਾਂ ਨੂੰ ਪਤਾ ਚੱਲ ਗਿਆ। ਉਹਨਾਂ ਕਿਹਾ ਤੂੰ ਇੱਥੋਂ ਚਲਾ ਜਾ, ਇਹ ਮੁਨਾਸਬ ਨਹੀਂ ਹੈ। ਕਿੱਥੇ ਕੰਮ ਕਰਦਾ ਸੀ? ਇੱਥੇ ਚਾਚੂ ਘਰਾਂ ਕੋਲ। ਆਪਣੇ ਸਗੇ ਚਾਚੂ ਕੋਲ? ਨਹੀਂ ਨਹੀਂ, ਹਾਂ। ਵੈਸੇ ਚਾਚੂ ਬਣਾਇਆ, ਉਹਦੇ ਕੋਲ ਫਰੂਟ ਲਾਉਂਦਾ ਸਾਂ। ਠੀਕ ਹੈ। ਤੇ ਉਹਨੇ ਮੈਨੂੰ ਕਿਹਾ ਤੂੰ ਇੱਥੋਂ ਚਲਾ ਜਾ। ਅੱਛਾ। ਤੇ ਮੈਂ ਉੱਥੋਂ ਜਾਣ ਲੱਗਿਆ, ਉਹਨੇ ਮੈਨੂੰ ਕਿਹਾ ਅਸੀਂ ਮਕਾਨ ਸ਼ਿਫਟ ਕੀਤਾ, ਤੂੰ ਬੈਠਕ ਕਿਰਾਏ ਤੇ ਲੈ ਲੈ, ਠੀਕ ਹੈ, ਤੂੰ ਇੱਥੋਂ ਜਾ ਨਾ। ਮੈਂ ਕਿਹਾ ਠੀਕ ਹੈ। ਮੈਂ ਉਹ ਬੈਠਕ ਕਿਰਾਏ ਤੇ ਲੈ ਲਈ, ਮੈਂ ਫੈਕਟਰੀ ਜਾਣ ਲੱਗ ਪਿਆ। ਅੱਛਾ। ਤੇ ਉੱਥੋਂ ਫੈਕਟਰੀ 'ਚ ਕੰਮ ਕਰਨ ਲੱਗ ਗਿਆ? ਹਾਂਜੀ। ਕਿਹੜੀ? ਇੱਥੇ ਯੂਨਿਟ ਹੈ ਸੀ ਪੈਂਟਾਂ ਲਾਉਂਦੇ 'ਚ। ਅੱਛਾ। ਫਿਰ ਕਿਵੇਂ ਕਿਰਾਏ ਤੇ ਲਿੱਤਾ ਉਹ ਬੈਠਕ? ਉਹਨੇ ਉਹਨਾਂ ਦੇ ਘਰ ਦੀ ਬੈਠਕ ਹੀ? ਜੀ ਜੀ। ਉਹਨਾਂ ਨੇ ਵੀ ਕਿਰਾਏ ਤੇ ਲਿੱਤਾ ਸੀ ਘਰ? ਹਾਂਜੀ। ਅੱਛਾ। ਬੈਠਕ ਖਾਲੀ ਹੈ ਸੀ, ਉਹਨੇ ਮੈਨੂੰ ਕਿਹਾ ਸੀ ਮੈਂ ਖੁਦ ਆਪਣੇ ਹਸਬੰਡ ਨਾਲ ਗੱਲ ਕਰ ਲਾਂਗੀ, ਤੂੰ ਆ ਕੇ ਬੈਠਕ ਦਾ ਉਹਨੂੰ ਕਹੀਂ, ਉਹ ਤੈਨੂੰ ਕਿਰਾਏ ਤੇ ਦੇ ਦੇਗਾ। ਮੈਂ ਕਿਹਾ ਠੀਕ ਹੈ। ਮੈਂ ਉਹਦੇ ਨਾਲ ਗੱਲ ਕੀਤੀ, ਉਹਨੇ ਕਿਹਾ ਠੀਕ ਹੈ 4000 ਰੁਪਏ ਕਿਰਾਇਆ ਤੂੰ ਦੇ ਦੇ। ਮੈਂ ਕਿਹਾ ਠੀਕ ਹੈ। ਸਹੀ ਹੈ। ਬੈਠਕ ਕਿਰਾਏ ਤੇ ਮੈਂ ਲੈ ਲਈ। ਫਿਰ ਸਾਡਾ ਰਿਲੇਸ਼ਨਸ਼ਿਪ ਚੱਲਦਾ ਰਿਹਾ, ਜਿਸਮਾਨੀ ਤਲਕ ਸੀ। ਆਖਰਕਾਰ ਉਸ ਰਾਤ ਅਸੀਂ ਫੜੇ ਗਏ ਸਾਂ। ਉਹਦੇ ਹਸਬੰਡ ਨੇ ਮੈਨੂੰ ਇਹ ਗੱਲ ਕਿਹਾ, ਮੈਂ ਛੱਡਣਾ ਤੈਨੂੰ ਵੀ ਨਹੀਂ, ਇਹਦਾ ਗਲਾ ਦਬਾ ਦੇ, ਨਹੀਂ ਤਾਂ ਤੈਨੂੰ ਮੈਂ ਪੁਲਿਸ ਦੇ ਹਵਾਲੇ ਕਰ ਦਿਆਂਗਾ। ਇੰਟਰ ਹੋਇਆ ਤੇ ਅਸੀਂ ਅੰਦਰ ਦੋਵੇਂ ਇਕੱਠੇ ਹੀ ਆਏ ਸਾਂ। ਉਹਨੇ ਆ ਕੇ ਇੱਕ ਥੱਪੜ ਮੈਨੂੰ ਮਾਰਿਆ, ਇੱਕ ਉਹਨੂੰ ਮਾਰਿਆ। ਉਹਨੇ ਮੈਨੂੰ ਥੱਪੜ ਮਾਰਿਆ, ਮੈਂ ਦੂਸਰੀ ਸਾਈਡ ਤੇ ਹੋ ਗਿਆ। ਤੇ ਉਹਦੀ ਬੀਵੀ ਨੇ ਉਹਦੇ ਵਾਲ ਪਕੜ ਲਏ ਨੇ, ਠੀਕ ਹੈ, ਹੱਥੋਂ ਪਾਈ ਹੋਣ ਲੱਗ ਪਏ ਨੇ। ਅੱਛਾ। ਤੇ ਉਹਦੇ ਹਸਬੰਡ ਨੇ ਮੈਨੂੰ ਇਹ ਗੱਲ ਕੀਤੀ, ਉਹਨੇ ਕਿ ਯਾਸਿਨ ਇਹਦਾ ਗਲਾ ਦਬਾ ਦੇ, ਠੀਕ ਹੈ, ਤੈਨੂੰ ਮੈਂ ਬਾਅਦ ਤੇ ਆਪੇ ਸੰਭਾਲ ਲਾਂਗਾ। ਠੀਕ ਹੈ। ਮੈਂ ਆਪੇ ਕਰ ਲਾਂਗਾ। ਮੈਂ ਇਸੇ ਤਰੀਕੇ ਕੀਤਾ, ਉਹਦਾ ਗਲਾ ਦਬਾ ਦਿੱਤਾ। ਉਹਨਾਂ ਦੀਆਂ ਲੱਤਾਂ ਫੜੀ ਰੱਖੀਆਂ ਨੇ। ਤੇ ਬਾਅਦ ਤੇ ਉਹਨੇ ਤਾਲਾ ਖੋਲ ਤੇ ਮੈਨੂੰ ਭਜਾ ਦਿੱਤਾ। ਉਹਨੇ ਕਿ ਤੂੰ ਨਿਕਲ ਜਾ, ਮੈਂ ਖੁਦ ਸੰਭਾਲ ਲਾਂ। ਕਿੰਨੀ ਦੇਰ ਦਬਾਈ ਰੱਖਿਆ ਉਹਦਾ ਗਲਾ? ਤਕਰੀਬਨ 4 ਤੋਂ 5 ਮਿੰਟ। ਚੀਕਾਂ ਮਾਰਦੀ ਰਹੀ? ਹਾਂਜੀ। ਕੀ ਕਹਿ ਰਹੀ ਸੀ? ਆਵਾਜ਼ ਇੰਨੀ ਨਹੀਂ ਆਉਂਦੀ ਨਿਕਲੀ, ਬਸ ਬਾਹਾਂ ਮਾਰਦੀ ਸੀ ਤੇ ਉਹ ਵੀ ਮੈਂ ਫੜ ਲਈਆਂ ਸੀ, ਗਲਾ ਦਬਾਈ ਰੱਖਿਆ ਸੀ। ਤੇਰੇ ਤੋਂ ਕਿੰਨੀ ਵੱਡੀ ਸੀ ਉਹ? ਕੋਈ ਅੰਦਾਜ਼ਾ ਨਹੀਂ। ਵੱਡੀ ਉਮਰ ਦੀ ਸੀ ਕਾਫੀ? ਨਹੀਂ। ਹਾਂ। ਤਕਰੀਬਨ ਉਹਦੀ 32-33 ਸਾਲ ਉਮਰ ਹੋਏਗੀ। 4 ਬੱਚੇ ਸੀ ਉਹਦੇ? ਹਾਂਜੀ। ਬੱਚੇ ਵੀ ਜਵਾਨ ਹੀ ਹੈ ਉਹਦੇ, 17-16 ਸਾਲ ਦੀ ਧੀ ਹੈ ਉਹਦੀ। ਜੀ। ਫਿਰ ਵੀ ਨਹੀਂ ਤੈਨੂੰ ਸ਼ਰਮ ਆਈ ਕਿ ਤੂੰ ਕੀ ਕਰ ਰਿਹਾ? ਜਵਾਬ ਦੇਣਾ ਹੈ। ਜੀ ਸਰ। ਹੈ? ਬਸ ਗਲਤੀ ਹੋ ਗਈ ਸੀ ਸਰ ਉਸ ਟਾਈਮ। ਛੋਟੀ ਜੀ ਗਲਤੀ ਹੋਈ? ਨਹੀਂ, ਬਹੁਤ ਵੱਡੀ ਹੋਈ ਹੈ। ਤੇ ਕਤਲ ਵੀ ਕਰਤਾ ਹੀ ਉਹਦੇ ਬੰਦੇ ਦੇ ਕਹਿਣ ਤੇ, ਫੌਰੀ ਤੌਰ ਤੇ। ਪਹਿਲੇ ਤੇ ਇੱਕ ਗੁਨਾਹ ਕਰ ਰਿਹਾ ਸੀ, ਮਜ਼ੀਦ ਵੱਡਾ ਗੁਨਾਹ ਕਰਤਾ, ਕਤਲ ਵੀ ਕਰਤਾ ਹੀ। ਸਰ ਉਹਨੇ ਧਮਕਾਇਆ ਸੀ ਨਾ, ਮੈਂ ਪੁਲਿਸ ਬੁਲਾ ਰਿਹਾ, ਤੈਨੂੰ ਨਹੀਂ ਛੱਡਾਂਗਾ। ਹਾਂ। ਉਹਦੀ ਵਜ੍ਹਾ ਨਾਲ। ਹਾਂ। ਤੇ ਤੂੰ ਕਿਹਾ ਠੀਕ ਹੈ ਕਤਲ ਕਰ ਦਿਓ। ਉਹਨੇ ਮੈਨੂੰ ਇਹ ਗੱਲ ਕੀਤੀ ਸੀ, ਬਾਅਦ ਤੇ ਮੈਂ ਆਪੇ ਸੰਭਾਲ ਲਾਂਗਾ, ਤੂੰ ਨਿਕਲ ਜਾ। ਅੱਛਾ। ਉਹਦੀ ਵਜ੍ਹਾ ਨਾਲ ਫਿਰ ਮੈਂ ਚਲਾ ਗਿਆ ਸੀ ਉੱਥੋਂ। ਅੱਛਾ। ਕਤਲ ਕਰਕੇ ਕਿੱਥੇ ਗਿਆ? ਮੈਂ ਇੱਧਰ ਪਾਈ ਫਿਰ ਵਾਲੀ ਸਾਈਡ ਤੇ ਚਲਾ ਗਿਆ ਸੀ। ਅੱਛਾ। ਕਿਹਦੇ ਤੇ ਗਿਆ? ਬਾਈਕ ਤੇ ਗਿਆ ਸੀ। ਮੋਟਰਸਾਈਕਲ ਤੇ ਚਲਾ ਗਿਆ? ਹਾਂਜੀ। ਭਾਈ ਫਿਰ ਉਹ ਕੌਣ ਹੈ? ਦੋਸਤ ਆਇਆ ਸੀ। ਅੱਛਾ। ਉੱਥੇ ਚਲਾ ਗਿਆ ਸੀ। ਉੱਥੇ ਕੀ ਕੀਤਾ ਜਾ ਕੇ? ਉੱਥੇ ਕੁਝ ਨਹੀਂ, ਹੁੰਦੀ ਬਾਈਕ ਆਇਆ ਸੀ, ਉਹਨੂੰ ਦੇ ਦਿੱਤੀ। ਉੱਥੋਂ ਮੈਂ ਵਾਪਸ ਆ ਗਿਆ, ਭਾਈ ਦੀ ਕਾਲ ਚਲੀ ਗਈ ਸੀ। ਕਿਹੜੇ ਭਾਈ ਦੀ? ਛੋਟੇ ਭਾਈ ਦੀ। ਕੀ ਕਾਲ ਚਲੀ ਗਈ ਸੀ? ਉਹਨੇ ਕਿਹਾ ਉਹਨਾਂ ਨਾ ਮਾਮੂ ਨੂੰ ਲੈ ਗਏ ਨੇ ਪਕੜ ਕੇ। ਤੇ ਕਿਹੜੇ ਤੂੰ ਵਾਪਸ ਮਾਮੂ? ਮਾਮੂ ਮੇਰਾ ਇੱਥੇ ਇੱਕ ਰਹਿੰਦਾ ਸੀ। ਅੱਛਾ। ਉਹਨੂੰ ਲੈ ਗਏ ਨੇ ਤੇ ਉਹਦੀ ਵਜ੍ਹਾ ਨਾਲ ਮੈਂ ਵਾਪਸ ਆ ਗਿਆ। ਫਿਰ ਆ ਗਿਆ, ਥਾਣੇ ਆ ਗਿਆ? ਹਾਂਜੀ, ਥਾਣੇ ਆ ਗਿਆ। ਠੀਕ ਹੈ, ਪੁਲਿਸ ਨੇ ਫੜ ਲਿਆ? ਹਾਂਜੀ। ਕੀ ਕੀਤਾ ਇਹ ਸਭ ਕੁਝ? ਸਰ ਉਸ ਟਾਈਮ ਆਈਡੀਆ ਨਹੀਂ ਸੀ, ਹੁਣ ਫੀਲ ਹੋ ਰਿਹਾ। ਤੈਨੂੰ ਆਈਡੀਆ ਵੀ ਨਹੀਂ ਸੀ ਕਿ ਇਹ ਗੁਨਾਹ ਹੈ, ਗੁਨਾਹ ਹੈ ਕਬੀਰਾ ਹੈ ਜਿਹੜਾ ਤੂੰ ਕੰਮ ਪਹਿਲੇ ਕਰ ਰਿਹਾ ਸੀ? ਉਹਦੀ ਵਜ੍ਹਾ ਤੋਂ ਵੱਡਾ ਹੀ ਗੁਨਾਹ ਹੋਣਾ ਸੀ ਕੋਈ? ਹੈ? ਜੀ ਸਰ। ਕੀ ਜੀ ਸਰ? ਹੁਣ ਫੀਲ ਹੋ ਰਿਹਾ ਹੈ ਚੀਜ਼ ਕੀ ਫੀਲ ਹੋ ਰਿਹਾ? ਗੁਨਾਹ ਕਰ ਦਿੱਤਾ, ਬਹੁਤ ਵੱਡਾ ਗੁਨਾਹ ਕਰ ਦਿੱਤਾ, ਜਿੰਦੀ ਸਜ਼ਾ ਵੀ ਬਹੁਤ ਜ਼ਿਆਦਾ ਹੈ। ਐਡਾ ਸਫਾਕ ਕਾਤਲ ਹੈ, ਫੌਰੀ ਤੌਰ ਤੇ ਤਿਆਰ ਵੀ ਹੋ ਗਿਆ। ਜਿਸ ਖਤੂਨ ਨਾਲ ਤਾਲੁਕਾਤ ਸੀ ਉਸੇ ਨੂੰ ਬੇਦਰਦੀ ਦੇ ਨਾਲ ਉਹਦੇ ਬੰਦੇ ਦੇ ਕਹਿਣ ਤੇ ਕਤਲ ਵੀ ਕਰਤਾ ਫੌਰੀ। ਸਰ ਮੈਂ ਡਰ ਗਿਆ ਸੀ ਨਾ ਉਸ ਟਾਈਮ, ਜਿਸ ਟਾਈਮ ਉਹਨੇ ਕਿਹਾ ਸੀ ਮੈਂ ਪੁਲਿਸ ਬੁਲਾ ਰਿਹਾ ਤੇ ਮੈਂ ਤੇਰੇ ਨਾਲ ਬਾਤ ਤੇ ਨਿਬੜ ਲੈਣਾ, ਉਹਦੀ ਵਜ੍ਹਾ ਨਾਲ ਮੈਂ ਤੇ ਉੱਥੋਂ ਤੂੰ ਭੱਜ ਸਕਦਾ ਸੀ, ਕੁਝ ਹੋਰ ਤਰੀਕਾ ਇਖਤਿਆਰ ਕਰ ਸਕਦਾ ਸੀ। ਤਾਲਾ ਲੱਗਿਆ ਹੋਇਆ ਸੀ, ਪਾਈ ਨਹੀਂ ਸਕਦਾ, ਦਰਵਾਜ਼ੇ ਨੂੰ ਤਾਲਾ ਹੈ ਉੱਥੇ ਤੇਰੇ ਕੋਲ ਵੀ ਚਾਬੀ ਸੀ, ਉਹ ਤੇਰੀ ਬੈਠਕ ਹੀ ਹੈਗੀ ਸੀ? ਮੇਰੇ ਕੋਲ ਬੈਠਕ ਦੀ ਚਾਬੀ ਸਿਰਫ ਹੈ ਸੀ, ਬਾਹਰ ਦੇ ਦਰਵਾਜ਼ੇ ਦੀ ਨਹੀਂ ਸੀ। ਉਹ ਚਾਬੀ ਉਹਨਾਂ ਕੋਲ ਹੀ ਹੁੰਦੀ ਸੀ। ਇਹ ਹੁਣ ਕਿੱਥੇ ਹੈਗਾ ਸੀ ਤੂੰ ਮੌਜੂਦ ਜਿੱਥੇ ਕਤਲ ਕੀਤਾ ਹੀ? ਇਹ ਬੈਠਕ ਸੀ ਤੇਰੀ ਕਿ ਕੋਈ ਹੋਰ ਕਮਰਾ ਸੀ? ਬੈਠਕ ਸੀ। ਬੈਠਕ ਸੀ? ਜੀ ਸਰ।
ਉੱਥੇ ਹੀ ਤੇ ਉਹਦੀ ਚਾਬੀ ਨਹੀਂ ਸੀ ਤੇਰੇ ਕੋਲ? ਉਹ ਮੇਰੇ ਕੋਲ ਬੈਠਕ ਦੀ ਚਾਬੀ ਹੈ ਸੀ ਨਾ, ਬਾਹਰ ਦੇ ਦਰਵਾਜ਼ੇ ਦੀ ਨਹੀਂ ਸੀ ਚਾਬੀ। ਅੱਛਾ। ਮਸਲ ਜਿਹੜਾ ਬੈਠਕ ਦਾ ਦਰਵਾਜ਼ਾ ਸੀ ਉਹ ਘਰ ਦੇ ਅੰਦਰ ਹੈ ਸੀ, ਬਾਹਰ ਨਹੀਂ ਆਇਆ ਸੀ। ਫਿਰ ਉਹਨੇ ਖੋਲਿਆ? ਹਾਂਜੀ। ਲਾਸ਼ ਨੂੰ ਉੱਥੇ ਹੀ ਪਿਆ ਰਹਿਣ ਦਿੱਤਾ? ਹਾਂਜੀ। ਕਿੰਨੀ ਦੇਰ ਗੱਲਾਂ ਕੀ ਕਰਦੇ ਰਹੇ? ਉਹ ਤੋਂ ਕਤਲ ਕਰਨ ਤੋਂ ਬਾਅਦ ਕੀ ਗੱਲਾਂ ਕੀਤੀਆਂ ਕਾਤਲ ਉਹਦੇ ਨਾਲ, ਉਹਦੇ ਬੰਦੇ ਨਾਲ? ਕੋਈ ਗੱਲ ਨਹੀਂ ਕੀਤੀ। ਉਹਨੇ ਮੈਨੂੰ ਇੰਨਾ ਕਿਹਾ ਤੂੰ ਹੁਣ ਨਿਕਲ ਜਾ। ਅੱਛਾ। ਉਹਨੇ ਤਾਲਾ ਖੋਲਿਆ, ਉਹਨੇ ਕਿਹਾ ਬਾਹਰੋਂ ਤਾਲਾ ਲਾ ਦੀ। ਮੈਂ ਤਾਲਾ ਲਾ ਕੇ ਨਿਕਲ ਗਿਆ। ਤਾਲਾ ਲਾ ਕੇ? ਹਾਂਜੀ। 5 ਤੋਂ 10 ਮਿੰਟ ਵੀ ਉਸ ਤੋਂ ਬਾਅਦ ਨਹੀਂ ਲੱਗੇ, ਮੈਂ ਨਿਕਲ ਗਿਆ। ਸ਼ਾਦੀशुदा नहीं है? ਨਹੀਂ ਸਰ। ਤੇ ਕਿੰਨੇ ਭੈਣ ਭਰਾ ਹੋ? 5। ਕੀ ਕੀਤਾ ਹੈ? ਸਾਰੇ ਖਾਨਦਾਨ ਨੂੰ ਤੇ ਪਤਾ ਲੱਗ ਗਿਆ ਹੋਣਾ ਹੁਣ। ਜੀ ਸਰ। ਤੂੰ ਕੀ ਕੀਤਾ ਹੈ? ਹਾਂਜੀ। ਕੀ ਇੱਜ਼ਤ ਹੋ ਰਹੀ ਹੈ ਤੇਰੀ? ਨਹੀਂ ਸਰ। ਹੈ? ਨਹੀਂ। ਇਸ ਕੰਮ ਵਿੱਚ ਇੱਜ਼ਤ ਕਾ ਰਹੀ ਹੈ? ਕੀ ਹੈ ਫਿਰ ਇਸ ਕੰਮ ਚ? ਬਿਸਤੀ ਹੈ, ਬਦਨਾਮੀ ਹੈ। ਬਦਨਾਮੀ ਹੈ ਜੀ। ਤੇ ਤੇਰੀ ਤਰ੍ਹਾਂ ਦੇ ਹੋਰ ਵੀ ਬੜੇ ਲੋਕ ਫਿਰ ਰਹੇ ਜਿਹੜੇ ਸ਼ਾਦੀशुदा ਖਵਾਤੀਨ ਲੋਕਾਂ ਦੇ ਘਰ ਤਬਾਹ ਕਰਦੇ ਨੇ, ਬਰਬਾਦ ਕਰਦੇ ਨੇ। ਉਹਨਾਂ ਵਾਸਤੇ ਕੋਈ ਪੈਗਾਮ ਹੈਗਾ, ਮੈਸੇਜ ਹੈਗਾ? ਉਹਨਾਂ ਵਾਸਤੇ ਪੈਗਾਮ एक ही है, चीज़ तो बाद आ जाओ, इनकी सज़ा बात तो बहुत बुरी है। सारी ज़िंदगी इंसान पछतांदा ही है। ਬਾਜ਼ ਆ ਜਾਣਾ ਚਾਹੀਦਾ। ਜੀ ਸਰ। ਚਲੋ ਅੱਛਾ ਮੈਸੇਜ ਦਿੱਤਾ ਹੈ। ਹੁਣ ਦੱਸ, ਕਤਲ ਜਿਹੜਾ ਜੁਰਮ ਹੈ ਇਹਦੀ ਸਜ਼ਾ ਦਾ ਪਤਾ ਹੀ? ਨਹੀਂ ਸਰ, ਫਿਲਹਾਲ ਤੇ ਨਹੀਂ ਪਤਾ। ਹੁਣ ਅੱਗੇ ਕਿਉਂ ਨਹੀਂ ਹੋਏਗੀ ਪਤਾ? ਸਭ ਕੁਝ ਪਤਾ ਹੈ ਤੈਨੂੰ। ਕਤਲ ਕਰਨਾ ਆਂਦਾ ਹੀ, ਤਾਲੁਕਾਤ ਬਣਾਉਣੇ ਆਂਦੇ ਨੇ, ਹਰ ਸ਼ੈ ਕਰਨੀ ਆਂਦੀ। ਇੱਧਰ ਉੱਧਰ ਕੰਮ ਵੀ ਕਰ ਰਹੇ ਆ, ਰਹਿਣ ਵਾਲਾ ਕਿਤੇ ਹੋਰ ਦਾ, ਲਾਹੌਰ ਆ ਕੇ ਕੰਮ ਕਰਨਾ ਹੈ, ਸਾਰੇ ਕੰਮ ਆਂਦੇ ਨੇ। ਸਿਰਫ ਇਹ ਨਹੀਂ ਪਤਾ। ਕੋਈ ਫਿਲਮ ਵੀ ਵੇਖੀ ਨਹੀਂ ਕਦੀ, ਕੋਈ ਡਰਾਮਾ ਨਹੀਂ ਵੇਖਿਆ? ਸਰ ਸਜ਼ਾਏ ਮੌਤ ਹੀ ਹੋ ਗਈ ਹੈ। ਔਰ ਹਾਂ, ਤੇ ਸਜ਼ਾਏ ਮੌਤ ਹੁੰਦੀ ਹੈ ਤੇ ਸਜ਼ਾਏ ਮੌਤ ਹੋਣੀ ਚਾਹੀਦੀ ਤੈਨੂੰ? ਜ਼ਹਿਰੀ ਗੱਲ ਸਰ। ਹੋਣੀ ਚਾਹੀਦੀ ਹੈ? ਹੋਣੀ ਚਾਹੀਦੀ। ਤੇ ਉਹਦਾ ਖਤੂਨ ਦਾ ਕੀ ਕਸੂਰ ਹੈਗਾ ਸੀ ਜਿਹਨੂੰ ਤੂੰ ਕਤਲ ਕੀਤਾ ਹੈ? ਸਰ ਹੁਣ ਉਹਦਾ ਕੋਈ ਕਸੂਰ ਨਹੀਂ ਹੈ। ਪਹਿਲੇ ਹੈਗਾ ਸੀ? ਪਹਿਲੇ ਵੀ ਕੋਈ ਕਸੂਰ ਨਹੀਂ ਆਇਆ ਸੀ। ਪਹਿਲੇ ਇਹ ਸੀ ਜਜ਼ਬਾਤ ਵਿੱਚ ਉਹਦੇ ਨਾਲ ਮਿਲ ਕੇ ਉਹਦੇ ਹਸਬੈਂਡ ਨਾਲ मैं गलत कर गया। और कोई नहीं। सारा जो तफ्तीश का अमल होता है ये चेन बाई चेन चलता है, तो हम हकायक को हकायक के साथ टैली करते जाते हैं और चीज़ें आगे चलना शुरू हो जाती हैं। पहले जो है वो मैं लियाकत पे जो शक था, लियाकत को हमने ज़ेर हिरासत लिया और उसको इंटेरोगेट किया। तो लियाकत के कन्फेशन के बाद फिर आगे यासीन को हमने पकड़ा। नाज़रीन, हमारे साथ मौजूद हैं इंचार्ज इन्वेस्टिगेशन थाना कोट लखपत राना नईमुल्लाह खान साहब। उन्हीं की ज़ुबानी जानते हैं कि असल में इस केस के हकायक है क्या। बहुत शुक्रिया राना साहब, आपने वक्त दिया। ये बताइएगा, ये कत्ल केस को किस तरह से ट्रेस किया और तफ्तीश का आगाज़ कहाँ से हुआ, पहले तो ये बताइए। बिस्मिल्लाहिर्रहमानिर्रहीम। ये 19 मार्च 2023 का वक़ूआ है। सुबह अर्ली मॉर्निंग हमें इतला मिली कि एक तंजीला नाम की खातून है जो अपने घर में मुर्दा हालत में पाई गई है। सही। हमें वक़ूआ की इतला के बाद हम मौके पे पहुँचे, फोरेंसिक की टीम्स भी पहुँची। तो वहाँ पे जो हालात हमारे सामने आए, हमें उस पर शक गुजरा कि ये केस जो है ये नेचुरल डेथ नहीं है, इसको मर्डर किया गया है। सही। वो वैसे कोई निशान वगैरह जिस्म पे मौजूद नहीं थे? नहीं जी, उनकी गर्दन पे और चेहरे पे तशद्दुद के निशान थे। उससे हमें ये चीज़ आश्कार हुई कि ये नेचुरल डेथ नहीं है, ये मर्डर है। सही। जो खातून का मियाँ था वो इसको नेचुरल डेथ का रंग देने की कोशिश कर रहा। तो 15 पे कॉल किसने की? 15 पे कॉल जो है वो मोहल्ले के किसी बंदे ने की थी। ठीक है। फिर हमने मौके पे पहुंच के जो सारे हालात सारे मुलादा मौका किया है, वक़ूआ देखा है, तो उसके बाद हमने मुख्तलिफ एंगल्स पे तफ्तीश करना शुरू कर दी। तो फिर हमने उसके शौहर को इंटेरोगेट किया और उसके बाद फिर उसके साथ जो उसका साथी था यासीन, उसको हमने गिरफ़्तार किया। दोनों को फिर हमने इंटेरोगेट किया तो उन्होंने अपने इस जुर्म का इतराफ़ कर लिया। सही। ये राना साहब, मतलब किस तरह से एक कत्ल की वारदात हुई और इतराफ़ जुर्म क्या किया मुल्ज़मान ने, किस तरह से जो है पुलिस को शक गुजरा, कहाँ से? सलमान साहब, इस बात ये थी कि ये जो खातून थी मकतूला, इनका थोड़ा सा इनकी दोस्ती हो गई थी एक यासीन नाम के बंदे से। ठीक है। जो 21-22 साल का नौजवान है। तो ये खातून जो है, इनकी करियाना की दुकान थी, तो ये यासीन वहाँ पे सौदा वगैरह लेने आता था। वहाँ पे इनकी थोड़ी अंडरस्टैंडिंग हुई। खातून चलाती थी वो दुकान? जी, खातून चलाती थी। तो वहाँ पे इनकी अंडरस्टैंडिंग हुई। अंडरस्टैंडिंग के बाद फिर खातून जो है, इनकी मुलाकात वगैरह होना शुरू हो गई, नंबर एक्सचेंज हो गए, मुलाकात शुरू हो गई। फिर खातून ने अपना घर जो है वो नई जगह पे शिफ्ट कर लिया। तो उसने यासीन को कहा कि क्यों ना तुम मेरे घर ही शिफ्ट हो जाओ। तो ये दोनों इन्होंने साजबाज होके, तो यासीन ने एज किराएदार
उनकी बैठक जो है वो किराए पे ले ली ठीक और है। उनके साथ रहना शुरू कर दिया। सही। तो कोई 10-15 दिन ये इकट्ठे रहे हैं नए घर में। जो इन्होंने शौहर भी मतलब साथ ही रहता था, उसकी गैर मौजूदगी में मुलाकात होती शौहर जो है वो एक फैक्ट्री में काम करता है, ये प्लास्टिक की बोतल्स बनती हैं, वो फैक्ट्री में काम करता है। है। उसका नाम क्या है? उसका नाम है जी लियाकत। ठीक है। तो वकूए की रात जो है ये मकतूला और यासीन ये उस बैठक में इकट्ठे थे, तो ऊपर से इनका शोर आ गया जिसने इनको काबिल एतराज़ हालत में देख लिया। तो उसको फिर इश्तियाल आया इस बात का, उसने इनको थ्रेट किया कि मैं तुम्हें नहीं छोड़ूंगा, मैं तुम्हें पुलिस केस जो है वो उसमें इन्वॉल्व करूंगा, जना के केस में। सही। तो ये यासीन डर गया। यासीन को डरा के उसने उसको आमादा किया कि अब दोनों मिलके इसको ख़त्म करते हैं मकतूला को। अच्छा। तो फिर दोनों ने अपनी मुशावरत से और एक दूसरे की मुआवनत करते हुए उसको कत्ल कर दिया। अच्छा, वो कत्ल किस तरह से राना साहब किया गया? क्या कत्ल उसका गला दबा के किया गया जी। गला दबा के? और उसी यासीन नामी शख्स ने ही गला दबाया? जी, यासीन ने ही गला दबाया जी। ठीक है। और मदद साथ उसने भी की? उसके शौहर की पूरी मुआवनत थी साथ में, उसने उसको पकड़ा हुआ था। पकड़ा हुआ था उससे। और ये सारी प्लानिंग जो है वो खातून के सामने ही उसने की और जी, वहीं पे बिल्कुल, थ्रेट वो किया? मौके पे सारा कुछ हुआ है। सही। कितने बजे के करीब ये वारदात हुई है? ये कोई 2:30 से 3 बजे के करीब ये हुआ हुआ है। रात के वक्त? हाँ जी। और हमें जो है वो सुबह 5-5:30 बजे के करीब इतला दी गई है। अच्छा। इतला देने वाला मोहल्लेदार था? इतला देने वाला मोहल्लेदार था। जब ये सुबह उठा तो फिर इसने ड्रामा शुरू कर दिया कि ये वकूआ करने के बाद इसने यासीन को भगा दिया और ख़ुद जो है वो सो गया आराम से, और 2 घंटे के बाद उठ के तो इसने ड्रामा करना शुरू कर दिया कि मेरी बीवी की डेथ हो गई है। सही। तो फिर मोहल्लेदारों को जो है उन्होंने पुलिस को इतला दी, फिर हम मौके पे पहुंचे और फिर आगे सारी ये कार्रवाई हुई। सही। राना साहब, ये मुआशरे में ऐसी अजीबोगरीब सी वारदातें हो रही हैं, इसके पीछे क्या वजूहात समझते हैं? क्या है, दीन से दूरी है या तालीम की कमी है? क्या वजूहात हैं क्या? इसमें 2-3 फैक्टर हैं जी। एक तो तालीम की कमी भी है, जहालत है, इस्लामी इक़दार के मुनाफी जो भी हम काम करेंगे तो उसका नतीजा जो है वो बुरा ही निकलेगा। बिल्कुल किसी गैर मर्द को, गैर महरम को अपने घर में आपको रसाई नहीं देनी चाहिए। और यहाँ पे हालात जो हैं वो उनकी आपस की लापरवाही थी या जो भी थे, तो उसमें एक गैर महरम मर्द जो है उनके घर में एंट्री करने में कामयाब हुआ और उसके बाद जो नतीजा वो आपके सामने है। सही। राना साहब, एक तरह तो ये ब्लाइंड मर्डर ही कंसीडर होगा क्योंकि पता नहीं था मौके पर लाश, और उसके बाद ही पुलिस ने तफ्तीश का आगाज़ किया। फिर मुल्ज़मान तक किस तरह से पहुँचे? कितने रोज़ लग गए इनकी गिरफ़्तारी में? और यासीन को कहाँ से गिरफ़्तार किया? ये सारा जो तफ्तीश का अमल होता है ये चेन बाई चेन चलता है। तो हम हक़ाइक़ को हक़ाइक़ के साथ टैली करते जाते हैं और चीज़ें आगे चलना शुरू हो जाती हैं। पहले जो है वो मैं लियाकत पे जो शक था, लियाकत को हमने ज़ेरे हिरासत लिया और उसको इंटेरोगेट किया। तो लियाकत के कन्फेशन के बाद फिर आगे यासीन को हमने पकड़ा और 5-6 दिन लग गए थे हमें इनको गिरफ़्तार करते हुए। सही। इनके बच्चे भी हैं? शादी कब हुई थी मकतूला की और कितना अरसा हो गया? कितने बच्चे हैं? इनकी शादी को 18 साल कबल हुई थी। 18 साल कबल? हाँ, थोड़ा सा इनमें एज डिफरेंस भी था। मकतूला की एज इस वक्त कोई 36-37 साल है और जो कातिल है उसका शोहर, उसकी एज कुछ 47-48 साल के करीब है। तो 4 बच्चे हैं इनके। बड़ी बेटी जो है इनकी वो 16 साल की एज है, उसकी फर्स्ट ईयर की स्टूडेंट है। इस तरह से थोड़े थोड़े वक्त पे से दूसरे 3 बच्चे भी हैं। बच्चे भी जवान हो चुके हैं और इतना अरसा शादी को गुजर गया, 18 साल। तफ्तीशी ऑफिसर, आप क्या समझते हैं इसके बाद भी खातून के दूसरे मर्द के साथ ताल्लुकात, इसमें क्या वजूहात हो सकती हैं? खातून अब जो है वो तो मौके पे मौजूद नहीं है, दुनिया में मौजूद नहीं है अपनी सफाई देने के लिए। और ये जो स्टोरी है ये इन दोनों जो मुल्ज़मान हैं, जो कत्ल के जैसे संगीन जुर्म के मुल्ज़मान हैं, इन्हीं का नैरेटिव है ये। इसी को हम लेके तो फर्दर उसको प्रूव कर रहे हैं। अब खातून के किरदार पे मैं बात नहीं करना चाहता, लेकिन यह है कि मियाँ बीवी को आपस के रिश्तों में लायल होना चाहिए, सिंसियर होना चाहिए। ये एहसास है किसी भी कामयाब रिश्ते की, सिंसेरिटी और खुलूस और वफादारी। दोनों फरीक में से किसी एक तरफ से भी अगर इसमें झूल आती है तो उसका रिज़ल्ट बर्बादी और तबाही के सिवा कुछ नहीं होता जी। ऐसे ही भयानक नतीजे होते हैं। राना साहब, ये जो इस केस में मज़ीद आप किस तरह से तफ्तीश करेंगे और इस केस में ख़ास तौर पे मुद्दई कौन बना? क्योंकि उस साबिक शौहर भी जो है वो इसी कत्ल में मुलव्विस है, साथ आशना भी, तो मुद्दई कौन बना था इस केस में? मुद्दई जो है इस केस में वो मकतूला के वालिद हैं हनीफ साहब, उनकी मुद्दईयत में ये मुकदमा दर्ज हुआ है जी। और वो बेचारे खासे परेशान हैं कि एक तो उनकी बेटी दुनिया से चली गई है, दूसरा 4
बच्चों का जो है उनकी परवरिश और देखभाल का बोझ भी उनके ऊपर है। तो फर्दर जो है इसको हम जो कानून ज़ाब्ता है उसके मुताबिक लेके चल रहे हैं। मज़ीद इनको रिमांड ले रखा है, जेल भिजवाएंगे और इनको इनके किए की करार वाक़या सज़ा मिल पाएगी? जी इंशाल्लाह ज़रूर, हम केस को जो है वो मजबूत शहादतों की बुनियाद पे खड़ा कर रहे हैं। इनको वहाँ पे फोरेंसिक साइंस एजेंसी की क्राइम सीन्स टीम जो है वो मौके पे भी बुलाई गई थी और उसके बाद जो फर्दर टेस्ट हमें रिक्वायर्ड हैं वो भी सारे करवा रहे हैं। तो अल्लाह के घर की उम्मीद है कि इंशाल्लाह ये मुल्ज़मान जो हैं ये करार वाक़ई सज़ा को पहुँचेंगे। सही है। ये मुल्ज़मान हीले बहाने भी करते हैं, कोई झूठ का सहारा भी लेते हैं कि बिल्कुल एतराफ़ जुर्म उन्होंने क्लियर ही किया आपके सामने, या घुमाते रहे हैं जैसे मुल्ज़मान करते हैं? स्ट्रेट अवे जो इकरार जुर्म या एतराफ़ जुर्म होता है उसकी सज़ा सामने होती है बंदे के, और वो फिर हिचकिचाहट का शिकार होते हैं शुरू में। उसके बाद जो हमारी दायरा है ये हमें सिखाया गया है, महारत है हमारे पास, तो हम उनको जो है वो फिर उगलवा लेते हैं उनसे सच। सही। राना साहब, देखने वालों को क्या मैसेज देंगे? जिस तरह का ये केस है, ऐसे बेशुमार केसेस आप हैंडल करते हैं, अरसा दराज से महकमा पुलिस में ही हैं, तो किस तरह से ऐसे वाक़यात से हम बच सकते हैं? मेरा मैसेज इसमें सिर्फ इतना सा है कि एक तो आपस के जो आपके रिश्ते हैं उनसे वफादार रहें, लायल रहें। दूसरा, अपनी आंखें खोल के रखें, किसी भी गैर महरम मर्द को, किसी गैर महरम औरत को अपने घर के अंदर रसाई ना दें किसी भी सूरत। अपने बच्चों पे नज़र रखें, अपनी बीवी पे उनका ख्याल रखें, उनको टाइम दें, उनको वक्त दें, और ये जो आपस की दूरियां हैं इनको ख़त्म किया जाए ताकि इस तरह के वक़ूए जो हैं उनसे बचा जा सके। बहुत शुक्रिया साहब, थैंक यू वेरी मच। नाज़रीन, जब भी कोई इंसान इस्लाम के बताए हुए रास्ते पर अपनी जिंदगी बसर नहीं करता तो उसका अंजाम इसी तरह का दर्दनाक होता है। इस केस में भी ऐसा ही हुआ कि शौहर ने पहले अपनी बीवी को उसके आशना के साथ रंगे हाथों पकड़ा और फिर उसी आशना की मदद से अपनी बीवी को बेदर्दी के साथ मौत के घाट उतार दिया। लिहाजा हरामकारी से बचें ताकि अंजाम इस तरह के भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह निगहबान।